दंडोत बंदन अनेक बार, सर्व कला समरथ, डोलन ते राखो प्रभु, नानक दे कर हथ। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। जाहि कुल ते प्रगट होए, ताहि कुल को नाम। पुन द्वादश गुरिंड कहो, मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जीओ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਨੂੰ ਆਪ ਜੀ ਲੜੀਬੱਧ ਸ਼੍ਰਵਣ ਕਰ ਰਹੇ ਹੋ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਨੇ ਬਿਆਨ ਕੀਤਾ ਹੈ, ਅੱਲੇਵਾਲੀ ਪਿੰਡ ਦਾ ਇੱਕ ਨੱਥੂ ਨਾਮ ਦਾ ਮਿਸਤਰੀ ਸੀ, ਜਿਹੜਾ ਤੁਰਕਾਂ ਦੇ ਵਾਸਤੇ ਤਲਵਾਰਾਂ ਆਦਿਕ ਹਥਿਆਰ ਬਣਾਉਂਦਾ ਸੀ। ਇੱਕ ਗੱਡੇ ਦੇ ਵਿੱਚ ਭਰ ਕੇ ਸਾਰਿਆਂ ਹਥਿਆਰਾਂ ਨੂੰ ਉਹ ਸਰਹੰਦ ਦੇ ਵੱਲ ਲੈ ਕੇ ਜਾ ਰਿਹਾ ਸੀ। ਕੱਲ੍ਹ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਹੀ ਕਥਾ ਨੂੰ ਮੈਂ ਪ੍ਰਾਰੰਭ ਕਰਦਾ। ਇਤਫਾਕਨ ਇੱਕ ਸਿੰਘ ਨੇ ਹੀਰਾ ਜਦੋਂ ਗੱਡੇ ਦੇ ਵਿੱਚ ਭਰ ਕੇ ਹਥਿਆਰ ਉਹ ਸਰਹੰਦ ਦੇ ਵੱਲ ਲਿਜਾ ਰਿਹਾ ਸੀ, ਤੇ ਕਵੀ ਜੀ ਬਿਆਨ ਕਰਦੇ ਨੇ ਕਿ ਅਚਨਚੇਤ ਇੱਕ ਸਿੰਘ ਨੇ ਉਹਨੂੰ ਦੇਖ ਲਿਆ। ਬਖਸ਼ ਤਿਨ ਔਰਨ ਦਈ ਤਾਈ, ਲੂਟੇ ਸ਼ਸਤਰ ਸਿੰਘਣ ਤਹਾਈ। ਉਹ ਸਿੰਘ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਖਬਰ ਦਿੱਤੀ ਹੈ, ਤੇ ਕਵੀ ਜੀ ਬਿਆਨ ਕਰਦੇ ਨੇ ਕਿ ਰਸਤੇ ਦੇ ਵਿੱਚ ਉਸ ਗੱਡੇ ਨੂੰ ਲੁੱਟਿਆ ਗਿਆ ਹੈ, ਜਿਹੜਾ ਕਿ ਹਥਿਆਰਾਂ ਦੇ ਨਾਲ ਭਰਿਆ ਹੋਇਆ ਸਰਹੰਦ ਦੇ ਵੱਲ ਜਾ ਰਿਹਾ ਸੀ। ਜਾਏ ਲੋਹਾਰ ਸਾਰੇ ਹਿਦਾਈ, ਸੁਣ ਨਾਜ਼ਮ ਨਿਜ ਫੌਜ ਚੜ੍ਹਾਈ। ਨੱਥੂ ਰਾਮ ਮਿਸਤਰੀ ਦੌੜ ਗਿਆ। ਉਹਨੇ ਜਾ ਕੇ ਫਿਰ ਲੋਹਾਰ ਨੇ ਜਿਹੜੀ ਸਾਰੀ ਖਬਰ ਸੀ ਉਹ ਸੂਬੇ ਨੂੰ ਦਿੱਤੀ ਹੈ, ਤੇ ਫਿਰ ਸੂਬੇ ਨੇ ਸਿੰਘਾਂ ਨੂੰ ਫੜਨ ਦੇ ਵਾਸਤੇ ਆਪਣੀ ਫੌਜ ਨੂੰ ਚਾੜ ਕੇ ਘੱਲਿਆ। ਤੁਰ ਕਵੇਸ ਤਰ ਸਿੰਘ ਜੋ ਖੁਫੀਆ, ਥੇ ਸਰਹੰਦ ਮੈਂ
ਗਏ ਉਨ ਪੀਆ। ਖੁਫੀਆ ਤਰੀਕੇ ਦੇ ਨਾਲ, ਗੁਪਤ ਤਰੀਕੇ ਦੇ ਨਾਲ ਤੁਰਕਾਂ ਦੇ ਭੇਸ ਨੂੰ ਧਾਰਨ ਕਰਕੇ ਜਿਹੜੇ ਸਰਹੰਦ ਦੇ ਵਿੱਚ ਰਹਿੰਦੇ ਸਨ, ਕਵੀ ਜੀ ਬਿਆਨ ਕਰਦੇ ਨੇ, ਉਹ ਵੀ ਫਿਰ ਉੱਥੇ ਆਣ ਪਹੁੰਚੇ। ਖਬਰ ਦਈ ਇਹ ਪੰਥੈ ਤਾਈ, ਸਿੰਘ ਸੋ ਤਿੰਨ ਕੋ ਦਿਖ ਰਾਈ। ਉਹਨਾਂ ਨੇ ਆਣ ਕੇ ਖਬਰ ਦਿੱਤੀ ਹੈ ਪੰਥ ਦੇ ਵੱਲ, ਜਿਹੜਾ ਤੁਰਕਾਂ ਦਾ ਸੂਬਾ ਹੈ, ਉਹਨੇ ਫੌਜ ਚਾੜ ਕੇ ਤੁਹਾਡੇ ਵੱਲ ਘੱਲੀ। ਦੈ ਕਰ ਲੈ ਗਏ ਦੂਰ ਭਗਾਈ, ਸਿੰਘਨ ਕੋ ਦਿਖ ਰਾਈ। 100 ਕੁ ਸਿੰਘ ਤੁਰਕਾਂ ਨੂੰ ਦਿਖਾੜੀ ਦੇ ਕੇ ਤੇ ਫਿਰ ਉੱਥੋਂ ਦੂਰ ਭਜਾ ਕੇ ਲੈ ਗਏ। ਦੁਤੀ ਦਿਸ਼ਾ ਤੇ ਪੰਥੈ ਹੱਲਾ, ਮਿਲ ਕੇ ਕਰਕੇ ਕੱਟੇ ਮੁਸੱਲਾ। 100 ਸਿੰਘਾਂ ਨੇ ਦਿਖਾਈ ਦਿੱਤੇ ਤੇ ਤੁਰਕਾਂ ਦੀ ਫੌਜ ਉਸ ਪਾਸੇ ਨੂੰ ਦੌੜ ਪਈ। ਦੂਜੇ ਪਾਸੋਂ ਕਵੀ ਜੀ ਬਿਆਨ ਕਰਦੇ ਨੇ ਕਿ ਪੰਥ ਨੇ ਹੱਲਾ ਕੀਤਾ ਤੇ ਬਹੁਤ ਸਾਰੇ ਮੁਸਲਮਾਨਾਂ ਨੂੰ ਕੱਟ ਸੁੱਟੇ। ਕੁਛ ਦਰਿਆਓਂ ਪਰੇ ਖਲਾਰੇ, ਬਾਕੀ ਧਸੇ ਸਰਹੰਦ ਮਜਾਰੇ। ਦਰਿਆ ਤੋਂ ਪਰਲੇ ਪਾਸੇ ਕੁਝ ਸਿੰਘਾਂ ਨੂੰ ਖਬਰਦਾਰੀ ਦੇ ਵਾਸਤੇ ਖਿਲਾਰਿਆ ਗਿਆ ਹੈ, ਬਾਕੀ ਜਿਹੜੇ ਸਾਰੇ ਸਿੰਘ ਸਨ ਉਹ ਸਰਹੰਦ ਨਗਰੀ ਦੇ ਵਿੱਚ ਆਣ ਵੜੇ। ਲੁੱਟੇ ਬਾਜ਼ਾਰ ਹੱਲੇ ਦੋ ਇੱਕ, ਫੱਟੇ ਅਦਕ ਹੱਥ ਉਦੜ ਕੋ ਇੱਕ। ਕਵੀ ਜੀ ਬਿਆਨ ਕਰਦੇ ਨੇ ਕਿ ਸਰਹੰਦ ਦੇ ਬਾਜ਼ਾਰਾਂ ਨੂੰ ਹੱਲੇ ਕਰਕੇ ਲੁੱਟਿਆ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤੇ ਜ਼ਖਮੀ ਕੀਤੇ ਤੇ ਪੱਕੀ ਤਰ੍ਹਾਂ ਕੋਈ ਇੱਕ ਅੱਧਾ ਹੀ ਮਰਿਆ। ਸ਼ਹਿਰੀ ਚੱਲੇ ਭਾਜ ਡਰ ਤਾਰੇ, ਤਾਕ ਕੁਹਾੜਾ ਮੈਂ ਕੱਟ ਡਾਰੇ। ਤਖਤਿਆਂ ਨੂੰ ਕੁਹਾੜਿਆਂ ਦੇ ਨਾਲ ਕੱਟ ਦਿੱਤਾ ਗਿਆ। ਸ਼ਹਿਰ ਦੇ ਜਿਹੜੇ ਲੋਕ ਸੀ ਉਹ ਡਰ ਨੂੰ ਧਾਰਨ ਕਰਕੇ ਕਵੀ ਜੀ ਬਿਆਨ ਕਰਦੇ ਨੇ ਭੱਜਣ ਲੱਗੇ। ਹੁਤੇ ਅਦਕ ਤਹ ਬਣੀਏ ਖਤਰੀ, ਮਿਲੇ ਤਿਨ ਸਿੰਘ ਜ਼ਾਲਮ ਯਤਰੀ। ਜ਼ਿਆਦਾਤਰ ਸ਼ਹਿਰ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਕਿ ਬਾਣੀਏ ਤੇ ਖੱਤਰੀ ਲੋਕ ਰਹਿੰਦੇ ਸਨ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਖਤ ਹੋ ਕੇ ਸਿੰਘ ਮਿਲੇ ਨੇ। ਭੇਤੀ ਲੋਗਨ ਭੇਦ ਬਤਾਇਆ, ਜਿਨ ਜਿਨ ਕੀ ਲੂਟੀ ਤਿਨ ਮਾਇਆ। ਕਵੀ ਜੀ ਬਿਆਨ ਕਰਦੇ ਨੇ ਕਿ ਭੇਤੀ ਲੋਕਾਂ ਨੇ ਭੇਦ ਨੂੰ ਦੱਸਿਆ ਤੇ ਫਿਰ ਉਹਨਾਂ ਦੀਆਂ ਜਿਹੜੀਆਂ ਅਮਾਨਤਾਂ ਨੇ, ਉਹਨਾਂ ਦੀ ਜਿਹੜੀ ਮਾਇਆ ਹੈ ਉਸ ਨੂੰ ਲੁੱਟਿਆ ਗਿਆ। ਦੂਧ ਉਬਾਲ ਨਿਆਈ ਤਿਖਸੇ, ਝਟਪਟ ਲੂਟ ਮਾਰ ਸਿੰਘ ਨਿਕਸੇ। ਜਿਸ ਤਰ੍ਹਾਂ ਛੇਤੀ ਦੇ ਨਾਲ ਦੁੱਧ ਦਾ ਉਬਾਲਾ ਆਉਂਦਾ ਹੈ, ਉਸ ਪ੍ਰਕਾਰ ਦੇ ਨਾਲ ਛੇਤੀ ਹੀ ਕਵੀ ਜੀ ਬਿਆਨ ਕਰਦੇ ਨੇ ਕਿ ਤਿੱਖੇ ਜਿਹੜੇ ਸਿੰਘ ਸੀ ਉੱਥੋਂ ਇਸ ਤਰ੍ਹਾਂ ਦੀ ਵਾਰਦਾਤ ਕਰਕੇ ਨਿਕਲ ਗਏ। ਜਬ ਲਓ ਨਾਜ਼ਮ ਫੌਜ ਬਟੋਰੀ, ਤਬ ਲਓ ਦੌੜ ਗਏ ਸਿੰਘ ਜੋਰੀ। ਜਿੰਨੇ ਚਿਰ ਨੂੰ ਨਾਜ਼ਮ ਨੇ ਸੂਬੇ ਨੇ ਭਾਵ ਕੇ ਫੌਜ ਨੂੰ ਇਕੱਤਰ ਕੀਤਾ, ਓਨੇ ਚਿਰ ਤੱਕ ਕਵੀ ਜੀ ਬਿਆਨ ਕਰਦੇ ਨੇ ਕਿ ਸਾਰੇ ਦੇ ਸਾਰੇ ਸਿੰਘ ਉੱਥੋਂ ਜ਼ੋਰ ਦੇ ਨਾਲ ਦੌੜ ਗਏ। ਇਸ ਪ੍ਰਕਾਰ ਦੇ ਨਾਲ ਗਿਆਨੀ ਗਿਆਨ ਸਿੰਘ ਜੀ ਨੇ ਬਿਆਨ ਕੀਤਾ। ਦੂਜੇ ਪਾਸੇ ਇਸ ਵਾਰਦਾਤ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ। 1793 ਬਿਕਰਮੀ ਨੂੰ ਵਾਗਾ ਪੰਥ ਨੇ ਪਿਛਾਂ ਪਰਤਾਈਆਂ ਨੇ, ਖਰਚ ਵਾਸਤੇ ਕਾਕੜਾ ਲੁੱਟਿਆ ਜਾ
ਉਥੋਂ ਦੌਲਤਾਂ ਹੱਥ ਕੁਝ ਆਈਆਂ ਨੇ। ਮੁੱਠ ਭੇੜ ਮਲੇਰ ਤੇ ਕੋਟਲੇ ਹੋਈ, ਤੇਗਾਂ ਮਾੜੀਆਂ ਜਿਹੀਆਂ ਚਲਾਈਆਂ ਨੇ। ਉਥੋਂ ਚੜ ਕੇ ਪਾਇਲ ਦੀ ਖਬਰ ਲਈ, ਪੰਥ ਕਰਦਾ ਡੰਗ ਟਪਾਈਆਂ ਨੇ। ਅੱਗੇ ਸਾਹਮਣੇ ਆ ਸਰਹੰਦ ਗਈ, ਲਈਆਂ ਖਾਲਸੇ ਕਰ ਚੜਾਈਆਂ ਨੇ। ਨੱਥੂ ਮਿਸਤਰੀ ਦੇ ਹਥਿਆਰ ਲੁੱਟੇ, ਲੁੱਟਾਂ ਸ਼ਹਿਰ ਦੇ ਵਿੱਚ ਮਚਾਈਆਂ ਨੇ। ਰੌਲਾ ਪੈਂਦਿਆਂ ਪੈਂਦਿਆਂ ਨਿਕਲ ਗਏ, ਪਿੱਛੇ ਮੱਚੀਆਂ ਰਹੀਆਂ ਦੁਹਾਈਆਂ ਨੇ। ਫੌਜ ਨਾਜ਼ਮੀ ਚੜ੍ਹਦਿਆਂ ਕਰਦਿਆਂ ਨੂੰ, ਵਾਗਾਂ ਖਾਲਸੇ ਪਿਛਾਂ ਪਵਾਈਆਂ ਨੇ। ਲੁੱਟ ਪੁੱਟ ਵੜੇ ਵਿੱਚ ਜਾ ਝੱਲਾਂ, ਪਿੱਛੋਂ ਫੌਜ ਨੇ ਧੂੜਾਂ ਧੁਮਾਈਆਂ ਨੇ। ਸਿੰਘ ਆਏ ਨਾ ਹੱਥ ਕਰਤਾਰ ਸਿੰਘਾ, ਦੂਰ ਨਿਕਲ ਗਏ ਕਰ ਧਾਈਆਂ ਨੇ। ਜਿੰਨੇ ਚਿਰ ਨੂੰ ਫੌਜ ਪਹੁੰਚੀ, ਓਨੇ ਚਿਰ ਤੱਕ ਜਿਹੜੇ ਖਾਲਸੇ ਸਿੰਘ ਸਨ ਉਹ ਦੂਰ ਨਿਕਲ ਗਏ। ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਫੌਜ ਦੇ ਹੱਥ ਨਾ ਲੱਗੇ ਸਿੰਘ। ਤਬਲੋ ਦੌੜ ਗਏ ਸਿੰਘ ਜੋਰੀ, ਜ਼ੋਰ ਲਾ ਕੇ ਉੱਥੋਂ ਸਿੰਘ ਦੌੜ ਗਏ ਸਨ। ਸਿੰਘ ਨਾ ਏਕ ਤਿਨੈ ਹੱਥ ਚੜਿਓ, ਇੱਕ ਵੀ ਸਿੰਘ ਜਿਹੜਾ ਹੈ ਉਹ ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੇ ਹੱਥੀਂ ਨਾ ਚੜੇ। ਜਿਤ ਗਲੂਟ ਤਨ ਸਿੰਘ ਲਿਆਏ, ਛਕਿਓ ਠੀਕਰੀ ਵਾਲ ਥਿਰਾਏ। ਜਿੰਨਾ ਲੁੱਟ ਦਾ ਧਨ ਮਾਲ ਸਿੰਘ ਲੈ ਕੇ ਪਹੁੰਚੇ ਸਨ, ਕਵੀ ਜੀ ਬਿਆਨ ਕਰਦੇ ਨੇ ਕਿ ਠੀਕਰੀਵਾਲ ਪਿੰਡ ਦੇ ਵਿੱਚ ਰਹਿ ਕੇ ਉਹਨੂੰ ਛਕਿਆ। ਪੰਥ ਦਿਵਸ ਬਹੁਤਾਂ ਗੁਜ਼ਾਰੇ, ਪਾਏ ਸੁਦਾਸਰ ਕੋ ਫਿਰ ਤਿਆਰੇ। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਪੰਥ ਨੇ ਕਾਫੀ ਸਾਰੇ ਦਿਨ ਉੱਥੇ ਬਤੀਤ ਕੀਤੇ। ਇਸ ਤੋਂ ਬਾਅਦ ਫਿਰ ਅੰਮ੍ਰਿਤਸਰ ਵੱਲ ਜਾਣ ਦੀ ਸਾਰਿਆਂ ਨੇ ਤਿਆਰੀ ਕੀਤੀ। ਮੇਲਾ ਦੀਪ ਮਾਲਕਾ ਆਇਓ, ਪੰਥ ਚਲਿਓ ਚੜ ਮੋਦ ਬੜਾਇਓ। ਕਿਉਂਕਿ ਦੀਵਾਲੀ ਦਾ ਮੇਲਾ ਲਾਗੇ ਆ ਗਿਆ ਸੀ, ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਖਾਲਸਾ ਪੰਥ ਖੁਸ਼ੀ ਨੂੰ ਧਾਰਨ ਕਰਕੇ ਅੰਮ੍ਰਿਤਸਰ ਦੇ ਵਿੱਚ ਉਸ ਦੀਵਾਲੀ ਦੇ ਮੇਲੇ ਨੂੰ ਮਨਾਉਣਾ ਚਾਹੁੰਦਾ ਸੀ। ਸੁਣ ਸਭ ਸਿੰਘ ਆਏ ਮਲਵਈ, ਭੇਟਾ ਬਹੁਤ ਪੰਥ ਕੋ ਦਈ। ਜਦੋਂ ਸਿੰਘ ਵਾਪਸ ਪਰਤਣ ਲੱਗੇ ਤੇ ਜਿਨ੍ਹਾਂ ਮਲਵਈਆਂ ਸਿੰਘਾਂ ਨੇ ਬੜੀ ਪੰਥ ਦੀ ਸੇਵਾ ਕੀਤੀ ਸੀ, ਉਹ ਸਾਰੇ ਫਿਰ ਮਿਲ ਕੇ ਇਹਨਾਂ ਦੇ ਕੋਲ ਪਹੁੰਚੇ, ਇਹਨਾਂ ਨੂੰ ਵਿਦਾਇਗੀ ਦੇਣ ਦੇ ਵਾਸਤੇ। ਡੱਬੇ ਖੇਸ ਲੁੰਗੀਆਂ ਕੋੜੇ, ਆਲੇ ਸਿੰਘ ਦਏ ਨਹੀਂ ਥੋੜੇ। ਬਹੁਤੇ ਖੇਸ ਲੁੰਗੀਆਂ ਚਾਦਰਾਂ ਤੇ ਘੋੜੇ ਆਲਾ ਸਿੰਘ ਨੇ ਦਿੱਤੇ ਨੇ, ਕੋਈ ਥੋੜੇ ਨਹੀਂ ਦਿੱਤੇ, ਸਮਾਨ ਬਹੁਤੇ ਦਿੱਤੇ ਨੇ। ਹਾਥ ਜੋੜ ਫਿਰ ਐਸ ਅਲਾਇਓ, ਮੇਲਾ ਕਰ ਇਸ ਹੀ ਦਿਸ ਆਇਓ। ਹੱਥ ਜੋੜ ਕੇ ਫਿਰ ਆਲਾ ਸਿੰਘ ਨੇ ਅਰਜ਼ ਕੀਤੀ ਹੈ ਕਿ ਮੇਲਾ ਮਨਾਉਣ ਤੋਂ ਬਾਅਦ ਤੁਸੀਂ ਫਿਰ ਇਸੇ ਪਾਸੇ ਹੀ ਸਾਡੇ ਕੋਲ ਆ ਜਾਏ। ਹਮ ਪਰ ਤੁਰਕ ਜੋਰ ਜੇ ਪੈਹ, ਖਬਰ ਲਿਓ ਹਮਰੀਅਤ ਹੈ। ਆਲਾ ਸਿੰਘ ਕਹਿੰਦਾ ਕਿ ਤੁਹਾਡੇ ਜਾਣ ਤੋਂ ਬਾਅਦ ਜੇਕਰ ਸਾਡੇ ਤੇ ਜ਼ੋਰ ਪਾਇਆ ਤੁਰਕਾਂ ਨੇ, ਤੇ ਫਿਰ ਸਾਡੀ ਖਬਰਸਾਰ ਵੀ ਤੁਸੀਂ ਜ਼ਰੂਰ ਆਣ ਕੇ ਲਿਓ। ਕਯੋ ਪੰਥ ਹਮ ਆਵੇਂ ਤਾਈ, ਖਬਰ ਕਰਿਓ ਤੁਮ ਹਮ ਭ੍ਰਿਗ ਪਾਈ।
ਜਾਣ ਤੋਂ ਪਹਿਲਾਂ ਫਿਰ ਆਲਾ ਸਿੰਘ ਨੂੰ ਸਾਰੇ ਸਿੰਘ ਕਹਿੰਦੇ ਨੇ ਕਿ ਅਸੀਂ ਜ਼ਰੂਰ ਆਵਾਂਗੇ, ਦੌੜ ਕੇ ਤੁਹਾਡੇ ਕੋਲ ਤੁਹਾਡੀ ਮਦਦ ਦੇ ਵਾਸਤੇ ਪਹੁੰਚਾਂਗੇ, ਪਰ ਤੁਸੀਂ ਥੋੜੀ ਜਿਹੀ ਖਬਰ ਸਾਨੂੰ ਘੱਲ ਦਿਓ। ਦੋਹੋਂ ਓਰ ਤੇ ਫਤਿਹ ਗਜੈ ਕੇ, ਪਹੁੰਚੋ ਪੰਥ ਸੁਦਾਸਰ ਜੈ ਕੇ। ਦੋਵਾਂ ਤਰਫਾਂ ਤੋਂ ਫਤਿਹ ਬੁਲਾਈ ਗਈ ਹੈ। ਫਿਰ ਕਵੀ ਜੀ ਬਿਆਨ ਕਰਦੇ ਨੇ, ਸਿੰਘ ਜਦੋਂ ਅੰਮ੍ਰਿਤਸਰ ਦੇ ਲਾਗੇ ਜਾ ਪਹੁੰਚੇ। ਤੁਰਕ ਦੁਸ਼ਟ ਜਬ ਯੈ ਸੁਨ ਪਾਈ, ਖਾਂ ਸਮੁੰਦ ਬਾ ਫੌਜ ਚੜਾਈ। ਪਰ ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਦੁਸ਼ਟਾਂ ਤੁਰਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਿੰਘ ਆ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦਾ ਮੇਲਾ ਮਨਾਉਣ ਦੇ ਵਾਸਤੇ, ਤੇ ਫਿਰ ਜਿਹੜਾ ਸਮੁੰਦ ਖਾਂ ਸੀ ਉਹਨੇ ਆਪਣੀ ਬਹੁਤੀ ਸਾਰੀ ਫੌਜ ਚਾੜ ਕੇ ਕੱਲੀ। ਪਾਰਿਓ ਸੁਦਾਸਰ ਨਿਕਟ ਆਖਾਰਾ, ਮਰੇ ਸਿੰਘ ਬਹੁ ਸਤਰਨ ਮਾਰਾ। ਸੁਦਾਸਰ ਦੇ ਲਾਗੇ, ਅੰਮ੍ਰਿਤਸਰ ਦੇ ਲਾਗੇ ਕਵੀ ਜੀ ਬਿਆਨ ਕਰਦੇ ਨੇ ਫਿਰ ਦੋਵਾਂ ਪਾਸਿਆਂ ਦਾ ਲਗਾਤਾਰ ਯੁੱਧ ਹੋਇਆ, ਜਿਸ ਯੁੱਧ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤੇ ਸਾਰੇ ਸਿੰਘ ਸ਼ਹੀਦ ਹੋ ਗਏ, ਬਹੁਤੇ ਸਾਰੇ ਵੈਰੀਆਂ ਨੂੰ ਮਾਰਦੇ। ਬੁੱਢਾ ਦਲ ਆਇਆ ਦੇਸ ਮਾਲ ਵੇਥੀ, ਦੀਪ ਮਾਲਾ ਦਾ ਮੇਲਾ ਲਗਾਵਣੇ ਨੂੰ। ਸੂਬੇ ਖਾਨ ਸਮੁੰਦ ਨੂੰ ਖਬਰ ਹੋ ਗਈ, ਸਿੰਘ ਆਏ ਨੇ ਰੌਲਾ ਮਚਾਵਣੇ ਨੂੰ। ਸਲਾਬਤ ਖਾਂ ਨਜਾਬਤ ਖਾਂ ਹੈਬਤ, ਕੁਤਬਦੀਨ ਤਾਈਂ ਸਿੰਘ ਖਪਾਵਣੇ ਨੂੰ। ਫੌਜਾਂ ਦੇ ਅੱਗੋਂ ਵਾੜੀ ਚਾੜ ਦਿੱਤਾ, ਪੰਥ ਪਿਛਾਂ ਦਾ ਪਿਛਾਂ ਪਰਤਾਵਣੇ ਨੂੰ। ਸਿੰਘ ਆਮਦੇ ਉਧਰੋਂ ਕਰੀ ਤਾਈ, ਦਰਸ਼ਨ ਗੁਰੂਦੁਆਰੇ ਦਾ ਪਾਵਣੇ ਨੂੰ। ਅੰਮ੍ਰਿਤਸਰ ਦੇ ਆਣ ਨਜ਼ਦੀਕ ਪਹੁੰਚੇ, ਅੱਗੋਂ ਫੌਜ ਆ ਪਈ ਅਟਕਾਵਣੇ ਨੂੰ। ਬਾਸਰ ਕਿਆਂ ਦੇ ਪਾਸ ਆ ਪਏ ਟੱਕਰ, ਇੱਕ ਦੂਸਰੇ ਤੇ ਪਏ ਖਾਵਣੇ ਨੂੰ। ਚੱਲੀ ਤੇਗ ਚੰਗੀ ਦੋਹਾਂ ਪਾਸਿਆਂ ਥੀ, ਲੱਗੇ ਖੂਨ ਥੀ ਜ਼ਮੀਨ ਲਾਵਣੇ ਨੂੰ। ਬੁੱਢੇ ਸਿੰਘ ਨਵਾਬ ਕਪੂਰ ਸਿੰਘ ਜੈ, ਪੈਂਦੇ ਬਾਜ ਵਾਂਗੂ ਵੈਰੀ ਘਾਵਣੇ ਨੂੰ। ਜੱਸਾ ਸਿੰਘ ਗਰਜਾ ਬੁੱਧ ਸਿੰਘ ਵਰਗੇ, ਜ਼ੋਰ ਲਾਵਦੇ ਜਿੱਤ ਦੇ ਪਾਵਣੇ ਨੂੰ। ਕਵੀ ਕਰਤਾਰ ਸਿੰਘ ਜੀ ਕਲਾਸਵਾੜੀਏ ਬਿਆਨ ਕਰਦੇ ਨੇ ਕਿ ਜਿਹੜੇ ਮੁਖੀਏ ਸਿੰਘ ਸਨ ਉਹਨਾਂ ਨੇ ਚੰਗਾ ਜ਼ੋਰ ਲਾਇਆ ਵੈਰੀਆਂ ਨੂੰ ਮਾਰਨ ਦੇ ਵਾਸਤੇ। ਤੁਰ ਕਣ ਕੇ ਮੁਖ ਪਿੱਛੇ ਮੋਰੇ, ਧਾਏ ਤਸੇ ਬਣ ਸਿੰਘ ਬਹੋਰੇ। ਇੱਕ ਵਾਰੀ ਤਕੜੀ ਮਾਰ ਕਰਕੇ ਤੇ ਫਿਰ ਤੁਰਕਾਂ ਦੇ ਮੂੰਹਾਂ ਨੂੰ ਫੇਰ ਦਿੱਤਾ। ਫਿਰ ਕਵੀ ਜੀ ਬਿਆਨ ਕਰਦੇ ਨੇ ਕਿ ਮੌਕਾ ਪਾ ਕੇ ਸਾਰੇ ਸਿੰਘ ਇੱਕ ਬਣ ਦੇ ਵਿੱਚ, ਇੱਕ ਝੱਲ ਦੇ ਵਿੱਚ ਜਾ ਧਸੇ। ਕਈ ਬੇਰ ਤੁਰਕਣ ਸੋ ਲਰੇ, ਮਾਰੇ ਮਰੇ ਸਿੰਘ ਨਹੀਂ ਟਰੇ। ਕਵੀ ਜੀ ਬਿਆਨ ਕਰਦੇ ਨੇ ਕਿ ਮੈਂ ਕਿੰਨੀਆਂ ਕੁ ਵਾਰਤਾਵਾਂ ਦਾ ਬਿਆਨ ਕਰਾਂ ਕਿ ਕਿੰਨੀ ਵਾਰੀ ਦੋਹਾਂ ਤਰਫਾਂ ਦੇ ਯੁੱਧ ਹੋਏ, ਪਰ ਕਦੇ ਵੀ ਕਿਸੇ ਯੁੱਧ ਤੋਂ ਸਿੰਘ ਡਰੇ ਨਹੀਂ ਹਨ ਤੇ ਨਾ ਹੀ ਮਰਨੋਂ ਮਾਰਨੋਂ ਟਲੇ ਹਨ। ਸਿੰਘ ਮਰੈ ਜੰਗਣ ਮੇ ਜੇਤੇ, ਚੌਗਣ ਮਿਲੈ ਆਏ ਸੰਗ ਤੇਤੇ। ਪਰ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਜਿੰਨੇ ਜੰਗਾਂ ਯੁੱਧਾਂ ਦੇ ਵਿੱਚ ਸਿੰਘ ਮਰ ਜਾਂਦੇ ਸਨ, ਉਹਨਾਂ ਤੋਂ 4 ਗੁਣਾ ਜ਼ਿਆਦਾ ਜਿਹੜੇ ਸਿੰਘ ਸਨ ਉਹ ਪੰਥ ਦੇ ਵਿੱਚ ਆਣ ਕੇ ਸ਼ਾਮਲ ਹੁੰਦੇ ਸਨ। ਹੁਤੋ ਸੁਭਾਵ
पंथ तब ऐसे सुमो आणी जल है जैसे। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪੰਥ ਦਾ ਜਿਹੜਾ ਸੁਭਾਅ ਹੈ ਉਸ ਵੇਲੇ ਇਸ ਤਰ੍ਹਾਂ ਦਾ ਸੀ ਜਿਵੇਂ ਕਿ ਸੋਮੇ ਦਾ ਪਾਣੀ ਹੋਵੇ। ਸੋਮੇ ਦਾ ਪਾਣੀ ਜਿਵੇਂ ਜਿਵੇਂ ਵਰਤਿਆ ਜਾਂਦਾ ਹੈ ਤਿਵੇਂ ਤਿਵੇਂ ਥੱਲਿਓਂ ਹੋਰ ਆ ਜਾਂਦਾ ਹੈ। ਇਸੇ ਪ੍ਰਕਾਰ ਦੇ ਨਾਲ ਜਿੰਨੇ ਸਿੰਘ ਸ਼ਹੀਦ ਹੁੰਦੇ ਸਨ ਉਹਨਾਂ ਤੋਂ 4 ਗੁਣਾ ਜ਼ਿਆਦਾ ਆਣ ਕੇ ਪੰਥ ਦੇ ਵਿੱਚ ਮਿਲਦੇ ਸਨ। बीसक तुर्क जहाँ थे मारते जीवन आस 50 छरते। ਤੇ ਦੂਜੇ ਪਾਸੇ ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੀ ਐਸੀ ਹਾਲਤ ਸੀ 20 ਤੁਰਕ ਜਿੱਥੇ ਮਰ ਜਾਂਦੇ ਸਨ ਤੇ ਜਿਉਂਦੇ ਹੋਏ 50 ਜਿਹੜੇ ਨੇ ਆਪਣੇ ਜੀਵਨ ਦੀ ਆਸ ਨੂੰ ਛੱਡ ਦਿੰਦੇ ਸਨ। ਇੰਨਾ ਜ਼ਿਆਦਾ ਉਹ ਦਹਿਲ ਕੇ ਡਰ ਜਾਂਦੇ ਸਨ। महामारी ज्यों परत अजामै एक मारे 10 होत कजामै। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਬੱਕਰੀਆਂ ਦੇ ਵਿੱਚ ਮਹਾਮਾਰੀ ਬਿਮਾਰੀ ਪੈ ਜਾਵੇ ਤੇ ਕਵੀ ਜੀ ਬਿਆਨ ਕਰਦੇ ਨੇ ਕਿ ਬਿਮਾਰੀਆਂ ਦੇ ਨਾਲ 10 ਮਰਦੀਆਂ ਸਨ ਪਰ ਕਜ਼ਾ ਦੇ ਵਿੱਚ ਉਹਨਾਂ ਦੇ ਨਾਲ ਲੱਗ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤੀਆਂ ਸਾਰੀਆਂ ਮਰ ਜਾਂਦੀਆਂ ਸਨ ਬੱਕਰੀਆਂ। ਜਥੇ ਬਾਂਧ ਸਿੰਘ ਫਿਰ ਹੀ ਦੇਸੇ ਤੁਰਕਾਂ ਦੇਤ ਕਲੇਸ਼ ਹਮੇਸ਼ਾ। ਜਥਿਆਂ ਨੂੰ ਟੋਲਿਆਂ ਨੂੰ ਬੰਨ ਬੰਨ ਕੇ ਸਿੰਘ ਜਿਹੜੇ ਨੇ ਉਹ ਇਲਾਕਿਆਂ ਦੇ ਵਿੱਚ ਫਿਰਦੇ ਨੇ ਤੇ ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਨੂੰ ਹਮੇਸ਼ਾ ਉਹ ਦੁੱਖ ਤੇ ਕਲੇਸ਼ ਦਿੰਦੇ ਨੇ। ਚੱਲ ਸੰਗਣ ਬਨ ਹੋਏ ਜਹ ਤਹ ਸਿੰਘ ਦਿਵਸ ਬਿਤਾਏ ਨਿਸ ਕੋ ਤੁਰਕਣ ਪਰ ਪਰੈ 20 ਕੋਸ ਤੇ ਤਾਏ। ਕਵੀ ਜੀ ਬਿਆਨ ਕਰਦੇ ਨੇ ਕਿ ਝੱਲਾਂ ਸੰਘਣਿਆਂ ਦੇ ਵਿੱਚ ਰਹਿੰਦੇ ਸਨ ਰਾਤਾਂ ਤੇ ਦਿਨਾਂ ਨੂੰ ਲੰਘਾਉਂਦੇ ਸਨ ਪਰ ਜਦੋਂ ਕਦੇ ਮੌਕਾ ਬਣਦਾ ਸੀ ਤੇ ਫਿਰ 20 ਕੋਹਾਂ ਦੇ ਰਸਤੇ ਨੂੰ ਤੈਅ ਕਰਕੇ ਵੀ ਰਾਤ ਦੇ ਵੇਲੇ ਉਹ ਤੁਰਕਾਂ ਨੂੰ ਆਣ ਕੇ ਦੱਬ ਲੈਂਦੇ ਸੀ। ਦੂਰ ਦੂਰ ਲੋ ਤੁਰਕਣ ਕੇ ਲੂਟੇ ਗਾਮ ਤਮਾਮ ਸਾਲ 2-3 ਕੇ ਸੀ ਬਿਦ ਪੰਥ ਬਿਤਾਏ ਆਮ। ਕਵੀ ਜੀ ਬਿਆਨ ਕਰਦੇ ਨੇ ਕਿ 2-3 ਸਾਲ ਇਸੇ ਪ੍ਰਕਾਰ ਦੇ ਨਾਲ ਬਤੀਤ ਹੋ ਗਏ। ਦੂਰਾਂ ਦੂਰਾਂ ਦੇ ਤੱਕ ਤੁਰਕਾਂ ਦੇ ਘਰਾਂ ਨੂੰ ਤੇ ਪਿੰਡਾਂ ਨੂੰ ਸਿੰਘਾਂ ਨੇ ਲੁੱਟਿਆ। ਝਾੜ ਪਹਾੜਨ ਨਦਨ ਤਟ ਦੇਸ ਬਿਰਾੜਨ ਮਾਹੇ ਰਹਿ ਸਿੰਘ ਮਨ ਮੋਦ ਤਰ ਲੂਟ ਕੂਟ ਨਿਤ ਖਾਹੇ। ਕਵੀ ਜੀ ਬਿਆਨ ਕਰਦੇ ਨੇ ਕਿ ਝਾੜਾਂ ਦੇ ਵਿੱਚ ਪਹਾੜਾਂ ਦੇ ਵਿੱਚ ਤੇ ਨਦੀਆਂ ਦੇ ਕਿਨਾਰਿਆਂ ਦੇ ਉੱਤੇ ਸਿੰਘ ਆਪਣਾ ਵਾਸਾ ਕਰਦੇ ਸਨ ਜਾਂ ਕੁਝ ਬੈਰਾੜਾਂ ਦੇ ਇਲਾਕੇ ਦੇ ਵਿੱਚ ਜਾ ਕੇ ਰਹਿੰਦੇ ਸਨ। ਇਸੇ ਪ੍ਰਕਾਰ ਦੇ ਨਾਲ ਹੀ ਸਿੰਘਾਂ ਨੇ ਬੜੇ ਆਪਣੇ ਦਿਨਾਂ ਨੂੰ ਬਤੀਤ ਕੀਤਾ। ਬਹੁਤ ਸਿੰਘ ਰਾਜਾਨ ਕੇ ਨੌਕਰ ਹੁਏ ਜਾਏ ਯੋਂ ਗਾਥਾ ਕਹਿ ਪੰਥ ਕੀ ਪੂਰਨ ਪਾਇਓ ਤੇ ਆਏ। ਬਹੁਤੇ ਸਿੰਘਾਂ ਨੇ ਜਾ ਕੇ ਰਾਜਾਂ ਦੀ ਨੌਕਰੀ ਕੀਤੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਮੈਂ ਇਸ ਗਾਥਾ ਨੂੰ ਇਸ ਜਗ੍ਹਾ ਦੇ ਉੱਤੇ ਪੂਰਨ ਕਰਕੇ ਤੇ ਆਪਣੇ ਅਧਿਆਇ ਦੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਕਰਦਾ ਹਾਂ। ਕਵੀ ਜੀ ਨੇ ਆਪਣੇ ਆਰੰਭੇ ਹੋਏ ਇਸ ਅਧਿਆਇ ਦੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਕੀਤੀ ਹੈ। ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਇੱਕ ਦੋਹਰੇ ਦੇ ਨਾਲ ਕਰਦੇ ਨੇ। ਇਸ ਦੋਹਰੇ ਦੇ ਵਿੱਚ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਨੇ 9ਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਮੰਗਲ ਕੀਤਾ।
हिंद हाद की मद जिन राखी जिंद निज लाए। नाम गुरु सम सोम सद ਭੌਮ ਕੌਮ ਨਿਜ ਦਾਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਸ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਾਨ ਲਾ ਕੇ ਹਿੰਦੂ ਧਰਮ ਦੇ ਹੱਦ ਨੂੰ ਪੱਕਿਆਂ ਰੱਖਿਆ, ਨਿਸ਼ਾਨ ਨੂੰ ਕਾਇਮ ਰੱਖਿਆ, ਉਸ ਨੌਵੇਂ ਸਤਿਗੁਰੂ ਨੇ ਆਪਣੀ ਕੌਮ ਨੂੰ ਚੰਦਰਮਾ ਦੀ ਤਰ੍ਹਾਂ ਖੁਸ਼ੀ ਦੇਣ ਵਾਲੀ ਕੀਤਾ। जिन के चित महित ना दुनिया कित कूरम रोम समान जरा। ਕਵੀ ਜੀ ਬਿਆਨ ਕਰਦੇ ਨੇ ਕਿ ਜਿਨ੍ਹਾਂ ਦੇ ਚਿੱਤ ਦੇ ਵਿੱਚ ਕੱਛੂ ਦੇ ਰੋਮ ਦੇ ਵਾਂਗ ਕਿਤੇ ਜਰਾ ਭਰ ਵੀ ਦੁਨੀਆ ਦਾ ਮੋਹ ਨਹੀਂ ਹੈ, ਕਿਉਂਕਿ ਕੱਛੂ ਦੀ ਪਿੱਠ ਦੇ ਉੱਤੇ ਵਾਲ ਨਹੀਂ ਹੁੰਦੇ। ਇਸ ਕਰਕੇ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਜਿਨ੍ਹਾਂ ਦੇ ਵਿੱਚ ਦੁਨੀਆ ਦਾ ਜਰਾ ਭਰ ਵੀ ਮੋਹ ਨਹੀਂ। ਇੱਕ ਵੈਦਿਕ ਹਿੰਦ ਧਰਮ ਰੱਖਿਓ ਚਹ ਜੈਸ ਰਿਖੀ ਸਵੇਸ ਪੁਰਾ। ਜਿਸ ਤਰ੍ਹਾਂ ਇਸ ਭਾਰਤ ਵਰਸ਼ ਦੇ ਪੁਰਾਣੇ ਲਿਖੇ ਹੋਏ ਨੇ, ਤਿਵੇਂ ਵੇਦਾਂ ਦੇ ਅਨੁਸਾਰ ਚੱਲਣ ਵਾਲੇ ਇੱਕ ਹਿੰਦੂ ਧਰਮ ਨੂੰ ਕਾਇਮ ਰੱਖਣਾ ਜਿਹੜੇ ਚਾਹੁੰਦੇ ਨੇ, ਐਸੇ ਜਿਹੜੇ ਮਹਾਂਪੁਰਸ਼ ਨੇ, ਕਵੀ ਜੀ ਬਿਆਨ ਕਰਦੇ ਨੇ, ਉਹਨਾਂ ਦੀ ਕਥਾ ਮੈਂ ਇਸ ਅਧਿਆਇ ਦੇ ਵਿੱਚ ਬਿਆਨ ਕਰਨੀ। 300 ਜਨ ਬਾਦ ਬੇਬਾਦ ਬਿਖਾਦ ਕਰੈ ਤਿਨ ਕੀ ਕਿ ਨਾ ਜਾਹੇ ਜਰਾ। ਤੇ ਕਵੀ ਜੀ ਬਿਆਨ ਕਰਦੇ ਨੇ ਐਸੇ ਮਹਾਂਪੁਰਖਾਂ ਦੇ ਨਾਲ ਜਿਹੜੇ ਆਦਮੀ ਬਾਦ ਬੇਕਾਰ ਦੇ ਵਿੱਚ ਝਗੜਾ ਕਰਦੇ ਨੇ, ਉਹਨਾਂ ਦੀਆਂ ਜੜ੍ਹਾਂ ਕਿਉਂ ਨਾ ਜਾਣ ਪਾਵ ਕੇ ਉਹਨਾਂ ਦੀਆਂ ਜੜ੍ਹਾਂ ਜ਼ਰੂਰ ਪੁੱਟੀਆਂ ਜਾਣਗੀਆਂ, ਜਿਹੜੇ ਮਹਾਂਪੁਰਸ਼ਾਂ ਦੇ ਉੱਤੇ ਵੀ ਦੁਸ਼ਟਤਾਈ ਦੇ ਨਾਲ ਬਹੁਤ ਜ਼ਿਆਦਾ ਜ਼ੁਲਮ ਢਾਉਂਦੇ ਨੇ। ਆਵਤਾਂ ਗੁਰੂ ਸਿੱਖ ਮਣੀ ਸਿੰਘ ਕੋ ਹਮ ਬੰਧਨ ਬਾਰ ਬਾਰੇ ਕਰਾ। ਉਹਨਾਂ ਮਹਾਂਪੁਰਸ਼ਾਂ ਦੇ ਵਿੱਚੋਂ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇੱਕ ਗੁਰੂ ਦੇ ਪਿਆਰੇ ਸਿੱਖ ਭਾਈ ਮਣੀ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਵੱਡੀ ਕੁਰਬਾਨੀ ਕੀਤੀ। ਤੇ ਕਵੀ ਜੀ ਬਿਆਨ ਕਰਦੇ ਨੇ ਕਿ ਮੈਂ ਭਾਈ ਮਣੀ ਸਿੰਘ ਜੀ ਨੂੰ ਯਾਦ ਕਰਦਾ ਹੋਇਆ ਉਹਨਾਂ ਦਾ ਚਰਨਾਂ ਦੇ ਉੱਤੇ ਬਾਰ-ਬਾਰ ਬੰਦਨਾ ਕਰਦਾ ਹਾਂ, ਮੱਥਾ ਟੇਕਦਾ। ਮਣੀ ਸਿੰਘ ਜਿਮ ਤਨ ਦਇਓ ਕਥਾ ਕਥਾ ਅਬ ਸੋਏ। ਜੋ ਸੁਣ ਕੇ ਨਿਜ ਧਰਮ ਮੈਂ ਸਿਦਕ ਹਠੈ ਗ੍ਰਹਿ ਹੋਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਭਾਈ ਮਣੀ ਸਿੰਘ ਜੀ ਨੇ ਕਿਸ ਪ੍ਰਕਾਰ ਦੇ ਨਾਲ ਆਪਣੇ ਤਨ ਨੂੰ ਦਿੱਤਾ, ਸ਼ਹੀਦੀ ਨੂੰ ਪ੍ਰਾਪਤ ਕੀਤਾ, ਮੈਂ ਉਹ ਕਥਾ ਤੁਹਾਡੇ ਸਾਹਮਣੇ ਬਿਆਨ ਕਰਦਾ ਹਾਂ। ਕਵੀ ਜੀ ਬਿਆਨ ਕਰਦੇ ਨੇ ਇਹ ਐਸੀ ਕਥਾ ਹੈ ਕਿ ਜਿਸ ਕਥਾ ਨੂੰ ਸੁਣਨ ਦੇ ਨਾਲ ਆਪਣੇ ਧਰਮ ਦੇ ਵਿੱਚ ਜਿਹੜਾ ਸਿਦਕ ਹੈ ਉਹ ਬਹੁਤ ਜ਼ਿਆਦਾ ਪੱਕਾ ਹੋ ਜਾਂਦਾ ਹੈ, ਭਾਵ ਕਿ ਆਪਣੇ ਧਰਮ ਦੇ ਵਿੱਚ ਭਰੋਸਾ ਹੋ ਜਾਂਦਾ ਹੈ ਤੇ ਸਿੰਘਾਂ ਦੇ ਮਨਾਂ ਦੇ ਵਿੱਚ ਹੌਸਲਾ ਵੱਧਦਾ ਹੈ। ਇਹ ਭਾਈ ਮਣੀ ਸਿੰਘ ਜੀ ਦੀ ਐਸੀ ਕਥਾ ਹੈ। ਮਣੀ ਸਿੰਘ ਕੀ ਕਹਿਓ ਗਾਥਾ ਸੁਣੋ ਖਾਲਸਾ ਜੀ ਹਿਤ ਸਾਥਾ। ਮੈਂ ਭਾਈ ਮਣੀ ਸਿੰਘ ਜੀ ਦੀ ਗਾਥਾ ਬਿਆਨ ਕਰਨ ਲੱਗਾ ਹਾਂ। ਇਹ ਸਰੋਤਾ ਜਨੋ ਖਾਲਸਾ ਜੀ, ਹਿੱਤ ਦੇ ਨਾਲ, ਪਿਆਰ ਦੇ ਨਾਲ ਤੁਸੀਂ ਕਥਾ ਨੂੰ ਸੁਣੋ। ਬਹੁ ਬਿਰਧਨ ਤੇ ਜਿਉ ਹਮ ਸੁਨੀ ਲਿਖੀ ਤਥਾ ਮਨ ਮੇ ਤਬ ਗੁਨੀ। ਕਵੀ ਜੀ ਬਿਆਨ ਕਰਦੇ ਨੇ ਕਿ ਵੱਡਿਆਂ ਤੋਂ ਜਿਸ ਤਰ੍ਹਾਂ ਮੈਂ ਸੁਣੀ ਹੋਈ ਹੈ ਇਹ ਭਾਈ ਮਣੀ ਸਿੰਘ ਜੀ ਦੀ ਕਥਾ, ਤੇ ਜਿਸ ਤਰ੍ਹਾਂ ਵਿਚਾਰੀ ਹੈ ਮੈਂ ਉਸੇ ਮੁਤਾਬਕ ਹੀ ਲਿਖਾਂਗਾ। ਕੀਨੋ ਕਲ ਮੈਂ ਜਿਨ ਬੜ ਸਾਕਾ ਕਵੀ ਨ ਕਿਨੈ ਕਰਿਓ ਅਸ ਬਾਂਕਾ।
ਕਵੀ ਜੀ ਬਿਆਨ ਕਰਦੇ ਨੇ ਕਿ ਜਿਨ੍ਹਾਂ ਨੇ ਕਲਯੁਗ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸਾਕਾ ਕੀਤਾ, ਇਤਿਹਾਸ ਦੀ ਪ੍ਰਸਿੱਧ ਜਿਹੜੀ ਘਟਨਾ ਸੀ ਉਹਨੂੰ ਅੰਜਾਮ ਦਿੱਤਾ। ਕਵੀ ਨਾ ਕਿਨੇ ਕਰਿਓ ਅਸ ਬਾਂਕਾ, ਭਾਵ ਕਿ ਐਸਾ ਕਦੇ ਕਿਸੇ ਨੇ ਵੀ ਬਾਂਕਾ ਲੱਗਦਾ ਕਿ ਨਹੀਂ ਕੀਤਾ ਹੋਵੇ। ਪੂਰਬ ਲਿਖੀ ਮੁਨੀ ਬਹੁ ਪਏ, ਧਰਮ ਹੇਤ ਤਨ ਪੀਉਨ ਦਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਐਸਾ ਨਹੀਂ ਹੈ ਕਿ ਪਹਿਲੇ ਸਮੇਂ ਦੇ ਵਿੱਚ ਵੱਡੇ ਤੋਂ ਵੱਡੇ ਰਿਖੀ ਮੁਨੀ ਨਹੀਂ ਹੋਏ, ਵੱਡੇ ਵੱਡੇ ਬੜੀ ਰਿਖੀ ਮੁਨੀ ਵੀ ਹੋਏ। ਐਸਾ ਵੀ ਹੈ ਕਿ ਧਰਮ ਦੇ ਵਾਸਤੇ ਬਹੁਤਿਆਂ ਸਾਰਿਆਂ ਨੇ ਆਪਣੇ ਸਰੀਰਾਂ ਨੂੰ ਵੀ ਛੱਡਿਆ। ਪੈ ਸੋ ਹਠ ਕਰਿਓ ਨ ਕਾਹੂ, ਨਰ ਦੇਹੀ ਸੁਰ ਅਸੁਰਨ ਮਾਹੂ। ਪਰ ਜਿਸ ਤਰ੍ਹਾਂ ਦਾ ਕਾਰਨਾਮਾ ਭਾਈ ਮਣੀ ਸਿੰਘ ਜੀ ਨੇ ਕੀਤਾ, ਜਿੰਨਾ ਹੱਠ ਉਹਨਾਂ ਨੇ ਧਾਰਨ ਕਰਕੇ ਰੱਖਿਆ, ਲੱਗਦਾ ਕਵੀ ਜੀ ਬਿਆਨ ਕਰਦੇ ਨੇ ਉਹਨਾਂ ਹੱਠ ਕਿਸੇ ਨੇ ਵੀ ਨਹੀਂ ਧਾਰਨ ਕੀਤਾ। ਮਨੁੱਖਾ ਸਰੀਰ ਦੇ ਵਿੱਚ ਹੋ ਕੇ ਤੇ ਕਵੀ ਜੀ ਬਿਆਨ ਕਰਦੇ ਨੇ ਦੈਂਤਾਂ ਤੇ ਦੇਵਤਿਆਂ ਤੋਂ ਵੀ ਜ਼ਿਆਦਾ ਉਹਨਾਂ ਨੇ ਪਰਾਕਰਮ ਦਿਖਾਇਆ। ਜਦਪ ਰਾਵਣ ਮੂੰਡ ਚੜਾਏ, ਕਟ ਕੈ ਨਿਜ ਲਾਲਚ ਹਿਤ ਸਾਏ। ਹੁਣ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਰਾਵਣ ਜਿਹੜਾ ਸੀ ਉਹਨੇ ਬੜੀ ਭਗਤੀ ਕੀਤੀ ਸ਼ਿਵ ਜੀ ਦੀ, ਇੱਥੋਂ ਤੱਕ ਕਿ 10 ਵਾਰੀ ਉਹਨੇ ਆਪਣੇ ਸਿਰਾਂ ਨੂੰ ਵੱਢ ਵੱਢ ਕੇ ਤੇ ਸ਼ਿਵ ਜੀ ਭਗਵਾਨ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ। ਇੰਨੀ ਜ਼ਿਆਦਾ ਉਹਨੇ ਕੁਰਬਾਨੀ ਕੀਤੀ। ਪਰ ਕਵੀ ਜੀ ਬਿਆਨ ਕਰਦੇ ਨੇ ਪਰ ਉਹਨੇ ਇਹ ਸਾਰਾ ਕੁਝ ਲਾਲਚ ਦੇ ਵਸ ਦੇ ਵਿੱਚ ਹੋ ਕੇ ਕੀਤਾ ਕਿ ਭਗਵਾਨ ਮੈਨੂੰ ਸ਼ਿਵ ਜੀ ਵਰਦਾਨ ਦੇਣਗੇ। ਇਸ ਲਾਲਚ ਦੇ ਵਾਸਤੇ ਉਹਨੇ ਆਪਣੇ ਸਿਰਾਂ ਨੂੰ ਭੇਟਾ ਕੀਤਾ। ਇੰਦਰਜੀਤ ਤਨ ਪਲ ਕਟ ਹੋਮਿਓ, ਕਿੰਚਿਤ ਨਹੀਂ ਸਭ ਹੀ ਤਿਨ ਤੁਮਿਓ। ਇਸ ਤੋਂ ਇਲਾਵਾ ਇੰਦਰਜੀਤ ਰਾਵਣ ਦਾ ਜਿਹੜਾ ਪੁੱਤਰ ਸੀ, ਮੇਘਨਾਦ ਵੀ ਉਸ ਨੂੰ ਆਖਿਆ ਜਾਂਦਾ ਸੀ, ਉਹਨੇ ਆਪਣੇ ਸਰੀਰ ਦਾ ਥੋੜਾ ਜਿਹਾ ਜਿਹੜਾ ਮਾਸ ਸੀ ਉਹ ਕੱਟ ਕੇ ਤੇ ਹਵਨ ਯੱਗ ਕੀਤਾ ਸੀ। ਸਾਰੇ ਸਰੀਰ ਦਾ ਮਾਸ ਉਹਨੇ ਜੱਗ ਦੇ ਵਿੱਚ ਅਰਪਣ ਨਹੀਂ ਸੀ ਕੀਤਾ ਤੇ ਉਹਦੀ ਬਹੁਤ ਵੱਡੀ ਇਹ ਮਹਾਨਤਾ ਦੁਨੀਆ ਦੇ ਵਿੱਚ ਮੰਨੀ ਜਾਂਦੀ। ਸ਼ਿਵੀ ਦਧੀਚ ਪ੍ਰਸੰਗ ਲਿਖੇ ਹੈ, ਸੋ ਪੀ ਭਏ ਨ ਐਸ ਤਿਖੈ ਹੈ। ਇਸ ਤੋਂ ਇਲਾਵਾ ਸ਼ਿਵੀ ਦਾ ਤੇ ਦਧੀਚ ਦਾ ਜਿਹੜਾ ਪ੍ਰਸੰਗ ਹੈ ਉਹ ਵੀ ਲਿਖਿਆ ਹੋਇਆ ਹੈ। ਪਰ ਇਹਨਾਂ ਦੋਵਾਂ ਨੇ ਵੀ ਕਵੀ ਜੀ ਬਿਆਨ ਕਰਦੇ ਨੇ ਐਸਾ ਤਿੱਖਾ ਪਰਾਕਰਮ ਨਹੀਂ ਕੀਤਾ ਜਿਸ ਤਰ੍ਹਾਂ ਦਾ ਪਰਾਕਰਮ ਕੀਤਾ ਭਾਈ ਮਣੀ ਸਿੰਘ ਜੀ ਨੇ। ਸ਼ਿਵੀ ਗੰਧਾਰ ਦੇ ਰਾਜੇ ਉਸ਼ਨੀਰ ਦਾ ਪੁੱਤਰ ਸੀ। ਮਹਾਭਾਰਤ ਦੇ ਅਨੁਸਾਰ ਇਹਦੇ ਦਇਆ ਦਾਨ ਦੀ ਪਰਖ ਦੇ ਵਾਸਤੇ ਇੱਕ ਵਾਰੀ ਇੰਦਰ ਨੇ ਬਾਜ ਦੇ ਰੂਪ ਨੂੰ ਧਾਰਨ ਕੀਤਾ ਤੇ ਅਗਨੀ ਦੇਵ ਕਬੂਤਰ ਬਣ ਕੇ ਆ ਗਏ। ਕਬੂਤਰ ਰਾਜੇ ਦੀ ਗੋਦੀ ਦੇ ਵਿੱਚ ਜਾ ਕੇ ਲੁਕ ਗਿਆ। ਬਾਜ ਨੇ ਆਪਣਾ ਸ਼ਿਕਾਰ ਮੰਗਿਆ। ਰਾਜੇ ਨੇ ਬਾਜ ਨੂੰ ਹੋਰ ਮਾਸ ਖਾਣ ਦੇ ਵਾਸਤੇ ਆਖਿਆ, ਪਰ ਬਾਜ ਦੇ ਕਹਿਣ ਅਨੁਸਾਰ ਕਬੂਤਰ ਨੂੰ ਤਕੜੀ ਦੇ ਵਿੱਚ ਰੱਖ ਕੇ ਦੂਜੇ ਪਾਸੇ ਆਪਣਾ ਮਾਸ ਕੱਟ ਕੇ ਪਾਇਆ ਸ਼ਿਵੀ ਨੇ, ਪਰ ਕਬੂਤਰ ਭਾਰਾ ਰਿਹਾ। ਅੰਤ ਨੂੰ ਰਾਜਾ ਆਪ ਤਕੜੀ ਦੇ ਵਿੱਚ ਚੜ੍ਹ ਕੇ ਬੈਠਾ। ਇਸ ਤੋਂ ਪ੍ਰਸੰਨ ਹੋ ਕੇ ਇੰਦਰ ਤੇ ਅਗਨੀ ਅਲੋਪ ਹੋ ਗਏ। ਇਸ ਤਰ੍ਹਾਂ ਦੀ ਵਾਰਤਾ ਆਉਂਦੀ ਹੈ ਗੰਧਾਰ ਦੇ ਰਾਜੇ ਦੀ, ਸ਼ਿਵੀ ਦੀ। ਇਸ ਤੋਂ ਇਲਾਵਾ ਕਵੀ ਜੀ ਨੇ ਦਧੀਚ ਦਾ ਪ੍ਰਸੰਗ ਜਿਹੜਾ ਉਹਦੇ ਬਾਰੇ ਵੀ ਚਾਨਣਾ ਪਾਇਆ। ਦਧੀਚ ਸ਼ਾਂਤੀ ਦੇ ਗਰਭ ਤੋਂ ਅਥਰਵਾ ਦਾ ਪੁੱਤਰ ਇੱਕ ਵੈਦਿਕ ਰਿਸ਼ੀ ਸੀ। ਇੰਦਰ ਨੇ ਇਸ ਨੂੰ ਮੱਧ ਵਿਦਿਆ ਇਸ ਸ਼ਰਤ ਤੇ ਸਿਖਾਈ ਸੀ ਕਿ ਜੇ ਇਸ ਨੇ ਕਿਸੇ ਹੋਰ ਨੂੰ ਇਹ ਵਿਦਿਆ ਸਿਖਾਈ ਤਾਂ ਸਿਰ ਕੱਟ ਦਿੱਤਾ ਜਾਵੇਗਾ। ਅਸ਼ਨੀ ਕੁਮਾਰਾਂ ਨੇ ਦਧੀਚ ਨੂੰ ਵਿਦਿਆ ਸਿਖਾਉਣ ਦੇ ਲਈ ਮਨਾ ਲਿਆ ਅਤੇ ਇੰਦਰ ਦੇ ਕੋਪ ਤੋਂ ਬਚਾਉਣ ਦੇ ਲਈ ਦਧੀਚ ਦੇ ਸਿਰ ਦੀ ਥਾਂ ਘੋੜੇ ਦਾ ਸਿਰ ਧੜ ਦੇ ਨਾਲ ਜੜ ਦਿੱਤਾ। ਜਦੋਂ ਇੰਦਰ ਨੇ ਉਸ ਦਾ ਘੋੜੇ ਦਾ ਸਿਰ ਵੱਢ ਦਿੱਤਾ ਤਾਂ ਅਸ਼ਨੀ ਕੁਮਾਰਾਂ ਨੇ ਦਧੀਚ ਦਾ ਅਸਲ ਜਿਹੜਾ ਸਿਰ ਸੀ
ਉਹਨੂੰ ਲਾ ਦਿੱਤਾ। ਇਹ ਦੋ ਮਸ਼ਹੂਰ ਜਿਹੜੇ ਨੇ ਉਹ ਰਾਜੇ ਮੰਨੇ ਜਾਂਦੇ ਨੇ, ਤੇ ਕਵੀ ਜੀ ਹੁਣ ਪ੍ਰਮਾਣ ਦਿੰਦੇ ਨੇ ਕਿ ਇਹਨਾਂ ਦੇ ਵਾਸਤੇ ਵੀ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਖਿਆਲ ਕੀਤਾ ਜਾਂਦਾ ਹੈ ਕਿ ਵੱਡੀ ਇਹਨਾਂ ਨੇ ਕੁਰਬਾਨੀ ਕੀਤੀ। ਜਨਕ ਬਦੇਹੀ ਭਏ ਉਦਾਰਾ, ਤਿੰਨ ਪੀ ਏਕ ਪਾਉ ਥਾ ਜਾਰਾ। ਕਵੀ ਜੀ ਬਿਆਨ ਕਰਦੇ ਨੇ ਕਿ ਜਨਕ ਨੂੰ ਬਦੇਹੀ ਮੰਨਿਆ ਜਾਂਦਾ ਹੈ। ਜਿਸ ਦਾ ਦੇਹ ਦਾ ਹੰਕਾਰ ਦੂਰ ਹੋ ਜਾਂਦਾ ਹੈ ਉਹਨੂੰ ਬਦੇਹੀ ਆਖਦੇ ਨੇ। ਰਾਜੇ ਜਨਕ ਨੂੰ ਬਦੇਹੀ ਮੰਨਿਆ ਜਾਂਦਾ ਹੈ। ਉਹਨਾਂ ਨੇ ਵੀ ਕਵੀ ਜੀ ਬਿਆਨ ਕਰਦੇ ਨੇ ਇੱਕੋ ਹੀ ਪੈਰ ਤੇਲ ਦੇ ਵਿੱਚ ਪਾ ਕੇ ਸਾੜਿਆ ਸੀ। ਸ਼ਮਸ ਤਬਰੇਜ ਔਰ ਮਨਸੂਰ, ਇੱਕ ਇੱਕ ਅੰਗ ਕਟਿਓ ਜ਼ਰੂਰ। ਸ਼ਮਸ ਤਬਰੇਜ ਤੇ ਮਨਸੂਰ ਵਰਗੇ ਮਹਾ ਰਿਸ਼ੀ ਹੋਏ ਨੇ, ਜਿਨ੍ਹਾਂ ਨੇ ਕਵੀ ਜੀ ਬਿਆਨ ਕਰਦੇ ਨੇ ਸਿਰਫ ਆਪਣਾ ਇੱਕ ਇੱਕ ਜਿਹੜਾ ਅੰਗ ਸੀ ਉਹ ਤਾਂ ਜ਼ਰੂਰ ਕਟਾਇਆ ਸੀ, ਪਰ ਜਿਸ ਤਰ੍ਹਾਂ ਦਾ ਸਾਕਾ ਭਾਈ ਮਣੀ ਸਿੰਘ ਜੀ ਨੇ ਕੀਤਾ ਉਸ ਤਰ੍ਹਾਂ ਦਾ ਸਾਕਾ ਹੋਰ ਕਵੀ ਜੀ ਬਿਆਨ ਕਰਦੇ ਨੇ ਕਿਸੇ ਨੇ ਵੀ ਨਹੀਂ ਕੀਤਾ। ਹੁਣ ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਸਵਾੜੀਏ ਕੁਝ ਇਸ ਪ੍ਰਕਾਰ ਦੇ ਨਾਲ ਮੰਗ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਸਾਕਾ ਹੈ ਤੇ ਕਿਸ ਤਰ੍ਹਾਂ ਮੈਂ ਲਿਖਾਂ। ਦਿਓ ਗੁਰੂ ਜੀ ਸਤਿਆ ਵਿੱਚ ਮੇਰੇ, ਮਣੀ ਸਿੰਘ ਦਾ ਹਾਲ ਸੁਣਾਏ ਦੇਵਾਂ। ਲੈ ਕੇ ਮੁੱਢ ਤੋਂ ਹਾਲ ਅਖੀਰ ਤੋੜੀ, ਜਿਵੇਂ ਬੁੱਧ ਹੈ ਤਿਵੇਂ ਲਿਖਾਏ ਦੇਵਾਂ। ਗੁਰ ਸਿੱਖੀ ਦੀ ਇੱਕ ਮਿਸਾਲ ਚੰਗੀ, ਅੱਗੇ ਪੰਥ ਦੇ ਰੱਖ ਦਿਖਾਏ ਦੇਵਾਂ। ਭਾਈ ਸਾਹਿਬ ਜੋ ਕਰਨੀਆਂ ਕੀਤੀਆਂ ਨੇ, ਕੁਲ ਖਾਲਸੇ ਤਾਈਂ ਜਤਾਏ ਦੇਵਾਂ। ਜਿਵੇਂ ਧਰਮ ਤੇ ਹੋ ਕੁਰਬਾਨ ਗਏ, ਵਿੱਚ ਜਗ ਮਸ਼ਹੂਰ ਕਰਾਏ ਦੇਵਾਂ। ਸਿਦਕ ਭਾਈ ਜੀ ਦਾ ਜ਼ੁਲਮ ਹਾਕਮਾਂ ਦਾ, ਜੀ ਜੀ ਦੇ ਕੰਨ ਚੜਾਏ ਦੇਵਾਂ। ਸਾਕਾ ਲਿਖਾਂ ਇਹ ਦਰਦ ਦੇ ਨਾਲ ਭਰਿਆ, ਦਰਦ ਵਾਲਿਆਂ ਤਾਈਂ ਰਵਾਏ ਦੇਵਾਂ। ਦਿਲ ਜਿਨ੍ਹਾਂ ਦੇ ਸਖਤ ਮਸਾਲ ਪੱਥਰ, ਉੱਤੇ ਉਹਨਾਂ ਦੇ ਚੋਟ ਲਗਾਏ ਦੇਵਾਂ। ਜ਼ਖਮੀ ਦਿਲ ਤੋਂ ਕੱਢ ਕੇ ਬਾਹਰ ਗੱਲਾਂ, ਭਰਿਆ ਜੋਸ਼ ਦਾ ਵਹਿਣ ਲਗਾਏ ਦੇਵਾਂ। ਲਿਖਾਂ ਨਾਲ ਵਿਚਾਰ ਕਰਤਾਰ ਸਿੰਘਾ, ਮਨਸੂਰ ਦੀ ਗੱਲ ਭੁਲਾਏ ਦੇਵਾਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਿਦਕ ਖਾਲਸਾ ਗ੍ਰੰਥ ਦੇ ਵਿੱਚ ਐਸਾ ਲਿਖਦੇ ਨੇ ਕਿ ਮੈਂ ਐਸੀ ਵਿਚਾਰ ਦੇ ਨਾਲ ਭਾਈ ਮਣੀ ਸਿੰਘ ਜੀ ਦੀ ਗਾਥਾ ਨੂੰ ਲਿਖਦਾ ਹਾਂ ਕਿ ਮੈਂ ਮਨਸੂਰ ਦੀ ਜਿਹੜੀ ਕਹਾਣੀ ਹੈ ਉਹਨੂੰ ਭੁਲਾ ਹੀ ਦਿਆਂ। ਕਰਨੀ ਜੈਸ ਮਣੀ ਸਿੰਘ ਕੀਨੀ, ਐਸੀ ਕਰੀ ਨ ਕਿਨਹੂ ਪੀਨੀ। ਕਵੀ ਜੀ ਦੁਬਾਰਾ ਫਿਰ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਜਿਸ ਤਰ੍ਹਾਂ ਦੀ ਕਰਨੀ ਭਾਈ ਮਣੀ ਸਿੰਘ ਜੀ ਨੇ ਕੀਤੀ ਹੈ, ਐਸੀ ਕਰਨੀ ਕਵੀ ਜੀ ਬਿਆਨ ਕਰਦੇ ਨੇ ਕਿ ਵੱਡੀ ਪਹਿਲਾਂ ਕਿਸੇ ਨੇ ਵੀ ਨਹੀਂ ਕੀਤੀ। ਬੈਠ ਕਟਾਏ ਨਿਜ ਸਭ ਅੰਗਾ, ਜਰਾ ਸਿਦਕ ਨਹੀਂ ਕੀਨ ਵਿਪੰਗਾ। ਆਰਾਮ ਦੇ ਨਾਲ ਬੈਠ ਕੇ ਭਾਈ ਮਣੀ ਸਿੰਘ ਜੀ ਨੇ ਆਪਣਾ ਬੰਦ ਦੁਸ਼ਟਾਂ ਦੇ ਕੋਲੋਂ ਕਟਵਾਇਆ, ਪਰ ਜਰਾ ਵੀ ਸਿਦਕ ਤੋਂ ਉਹ ਡੋਲੇ ਨਹੀਂ, ਉਹਨਾਂ ਨੇ ਆਪਣਾ ਸਿਦਕ ਨਾਸ ਨਹੀਂ ਕੀਤਾ। ਰਾਖਿਓ ਹੱਠ ਨਹੀਂ ਵਟਿਓ ਅੰਗਾ, ਜਗ ਮੈਂ ਜਸ ਭਰ ਗਇਓ ਉਮੰਗਾ। ਜਿਨ੍ਹਾਂ ਨੇ ਆਪਣੇ ਹੱਠ ਨੂੰ ਨਹੀਂ ਛੱਡਿਆ, ਕਵੀ ਜੀ ਬਿਆਨ ਕਰਦੇ ਨੇ ਕਿ ਬੰਦ ਕੱਟਿਆ ਜਾ ਰਿਹਾ ਸੀ ਪਰ ਤਾਂ ਵੀ ਉਹਨਾਂ ਨੇ ਅੰਗ ਨਹੀਂ ਮੋੜਿਆ। ਇਸ ਤਰ੍ਹਾਂ ਕਰਨ ਦੇ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਦੁਨੀਆ ਦੇ ਵਿੱਚ ਭਾਈ ਮਣੀ ਸਿੰਘ ਦਾ ਜਿਹੜਾ ਜਸ ਹੈ ਉਹ ਬਹੁਤ ਜ਼ਿਆਦਾ ਭਰ ਗਿਆ। ਮਾਤ ਕਰਿਓ ਜਿਨ ਜਨਕ ਬਦੇਹੀ,
ਕਰੀ ਪਿਤਾਮਾ ਭੀਸ਼ਮ ਜਹੀ। ਜਿਨ੍ਹਾਂ ਨੇ ਭਾਈ ਮਣੀ ਸਿੰਘ ਜੀ ਨੇ ਮਾਤ ਕਰ ਦਿੱਤਾ ਵਿਦੇਹੀ ਰਾਜੇ ਜਨਕ ਨੂੰ, ਜਿਨ੍ਹਾਂ ਨੇ ਭੀਸ਼ਮ ਪਿਤਾਮੇ ਦੇ ਵਾਂਗ ਕੀਤਾ, ਭਾਵ ਕਿ ਜਿਹੜਾ ਬਾਣਾ ਦੀ ਸੇਜਾ ਦੇ ਉੱਤੇ ਪਿਆਰ ਹੈ। ਸੀਤ ਦਸਮ ਗੁਰ ਕਾਇਓ ਨ ਛਕਿਓ, ਜਾਂ ਤੇ ਨਾਹੇ ਧਰਮ ਤੇ ਥਕਿਓ। ਕਵੀ ਜੀ ਬਿਆਨ ਕਰਦੇ ਨੇ ਕਿਉਂਕਿ ਭਾਈ ਮਣੀ ਸਿੰਘ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸੀਤ ਪ੍ਰਸਾਦ ਛਕਿਆ ਸੀ, ਇਸੇ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਧਰਮ ਤੋਂ ਭਾਈ ਮਣੀ ਸਿੰਘ ਜੀ ਹਾਰੇ ਨੇ। ਗੁਰ ਕਿਰਪਾ ਤੇ ਬੁੱਧ ਪਵਿੱਤਰ, ਭਾਈ ਤਾਹ ਕੀ ਅਦਕ ਬਚਤਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਗੁਰੂ ਦੀ ਕਿਰਪਾ ਦੇ ਨਾਲ ਭਾਈ ਮਣੀ ਸਿੰਘ ਦੀ ਜਿਹੜੀ ਬੁੱਧੀ ਹੈ ਉਹ ਬਹੁਤ ਜ਼ਿਆਦਾ ਪਵਿੱਤਰ ਹੋ ਚੁੱਕੀ ਸੀ। ਉਹਨਾਂ ਦੀ ਜਿਹੜੀ ਬਚਿੱਤਰ ਕਥਾ ਹੈ ਉਹ ਬੜੀ ਬੇਅੰਤ ਹੈ। ਗੁਰ ਟਿਗ ਬਾਲ ਅਵਸਥਾ ਆਇਓ, ਨਾਹਿ ਵਿਆਹ ਫਿਰ ਤਾਹੇ ਕਰਾਇਓ। ਕਵੀ ਜੀ ਬਿਆਨ ਕਰਦੇ ਨੇ ਕਿ ਛੋਟੀ ਹੀ ਉਸ ਵੇਲੇ ਉਮਰ ਸੀ ਜਦੋਂ ਕਿ ਭਾਈ ਮਣੀ ਸਿੰਘ ਜੀ ਸਤਿਗੁਰੂ ਜੀ ਦੇ ਹਜ਼ੂਰ ਪਹੁੰਚ ਗਏ ਸਨ। ਇਸ ਤੋਂ ਬਾਅਦ ਸਾਰੀ ਜ਼ਿੰਦਗੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਤੇ ਗੁਰੂ ਘਰ ਦੇ ਵਿੱਚ ਰਹਿ ਕੇ ਸਿਰਫ ਸੇਵਾ ਕੀਤੀ। ਬਾਲ ਜਤੀ ਰਹਿ ਸਤੀ ਸਦਾਇਆ, ਜਪੀ ਤਪੀ ਹਠ ਅਤੀ ਰਖਾਇਆ। ਬਾਲ ਜਤੀ ਜਿਹੜਾ ਬਚਪਨ ਤੋਂ ਹੀ ਜਤੀ ਰਿਹਾ, ਜਿਸ ਨੇ ਬਹੁਤ ਜ਼ਿਆਦਾ ਸੱਚ ਬੋਲਿਆ, ਸਤੀ ਸਦਾਇਆ, ਜਪ ਨੂੰ ਤਪ ਨੂੰ ਤੇ ਹਠ ਨੂੰ ਪੂਰੇ ਪ੍ਰਕਾਰ ਦੇ ਨਾਲ ਜ਼ਿੰਦਗੀ ਭਰ ਧਾਰਨ ਕਰਕੇ ਰੱਖੇ। ਵਿਦਿਆ ਪਠੀ ਦਸਮ ਗੁਰ ਪਹਿ, ਨਿਪੁਨ ਪਾਇਓ ਗਿਆਨੀ ਗੁਣ ਮਹਿ। ਇਸ ਤੋਂ ਇਲਾਵਾ 10ਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਵਿਦਿਆ ਪੜ੍ਹੀ ਭਾਈ ਮਣੀ ਸਿੰਘ ਨੇ ਤੇ ਫਿਰ ਬਹੁਤ ਜ਼ਿਆਦਾ ਗੁਣਾਂ ਦੇ ਵਿੱਚ ਗਿਆਨੀ ਨਿਪੁੰਨ ਹੋ ਗਏ। ਰਹਿਓ ਸਦਾ ਗੁਰ ਦਸਮ ਟਿਗ, ਕਹਿ ਫਿਰ ਮਾਤਾ ਪਾਸ। ਮਨ ਤਨ ਤੇ ਸੇਵਾ ਕਰੀ, ਪਾਇਓ ਮਾਤ ਬਰ ਖਾਸ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਦੀਵੀ ਤੌਰ ਦੇ ਉੱਤੇ ਹਮੇਸ਼ਾ ਭਾਈ ਮਣੀ ਸਿੰਘ ਜੀ ਸਤਿਗੁਰੂ ਗੋਬਿੰਦ ਸਿੰਘ ਦੇ ਲਾਗੇ ਰਹੇ, ਜਾਂ ਫਿਰ ਦੱਖਣ ਤੋਂ ਬਾਅਦ ਮਾਤਾਵਾਂ ਦੇ ਕੋਲ ਭਾਈ ਮਣੀ ਸਿੰਘ ਜੀ ਰਹੇ ਨੇ। ਆਪਣੇ ਮਨ ਕਰਕੇ, ਆਪਣੇ ਤਨ ਕਰਕੇ ਤੇ ਬਹੁਤ ਜ਼ਿਆਦਾ ਭਾਈ ਮਣੀ ਸਿੰਘ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ। ਇਸ ਕਰਕੇ ਉਹਨਾਂ ਨੂੰ ਕਵੀ ਜੀ ਬਿਆਨ ਕਰਦੇ ਨੇ ਕਿ ਖਾਸ ਇਤਬਾਰ ਵਾਲਾ ਮੰਨਿਆ ਜਾਂਦਾ ਹੈ। ਆਵ ਸਾਖੀ ਉਤਪਤ ਉਤ ਤਾਂ ਕੀ, ਸੁਣੋ ਜੈਸ ਤਿਉ ਲਿਖੋ ਬਾਕੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਹੁਣ ਮੈਂ ਉਤਪਤੀ ਦੇ ਸਹਿਤ, ਭਾਵ ਕਿ ਜਨਮ ਤੋਂ ਲੈ ਕੇ ਭਾਈ ਮਣੀ ਸਿੰਘ ਦੀ ਜਿਹੜੀ ਕਥਾ ਹੈ ਉਹਨੂੰ ਬਿਆਨ ਕਰਾਂਗਾ, ਜਿਹੜੀ ਕਿ ਕਥਾ ਬਹੁਤ ਸੁੰਦਰ ਤੇ ਬਹੁਤ ਜ਼ਿਆਦਾ ਬਾਕੀ ਹੈ। ਉਹਨਾਂ ਦੇ ਜਨਮ ਤੋਂ ਵੀ ਪਿੱਛੋਂ ਤੋਂ ਲੈ ਕੇ ਮੈਂ ਕਥਾ ਦਾ ਪ੍ਰਾਰੰਭ ਕਰਦਾ। ਆਹੇ ਮਾਲਵੇ ਦੇਸ ਮਝਾਰੀ, ਦੁੱਲਟ ਗੋਤ ਜਾਟ ਪਲ ਭਾਰੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਦੁੱਲਟ ਗੋਤ ਦੇ ਭਲੇ ਜਿਹੜੇ ਜੱਟ ਨੇ ਉਹ ਰਹਿੰਦੇ ਸਨ। ਕੈਬੋਵਾਲ ਉਪਲੀ ਚੱਠੇ, ਆਦ ਗਾਮ ਹੋਤੇ 3 ਇਕੱਠੇ। ਕੈਬੋਵਾਲ, ਉਪਲੀ ਤੇ ਚੱਠੇ, ਇਹ 3 ਜਿਹੜੇ ਪਿੰਡ ਨੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਕੱਠੇ ਹੀ ਲਾਗੇ ਲਾਗੇ ਸਨ। ਨਾਦਰ ਜਬ ਬੜ ਜ਼ੁਲਮੀ ਆਇਓ, ਗਦਰ ਜਦਰ ਤਬ ਮਚਿਓ ਮਹਾਇਓ। ਜਦੋਂ ਨਾਦਰ ਸ਼ਾਹ
ਵੱਡਾ ਜ਼ੁਲਮੀ ਹਿੰਦੁਸਤਾਨ ਦੇ ਵਿੱਚ ਆਇਆ। ਤੇ ਜਦੋਂ ਫਿਰ ਉਹਨੇ ਕਵੀ ਜੀ ਬਿਆਨ ਕਰਦੇ ਨੇ ਕਿ ਬੜਾ ਗਦਰ ਮਚਾਇਆ, ਜਿਹਨੇ ਹਲਚਲੀ ਤੇ ਜੰਗ ਬੜਾ ਮਚਾਇਆ। ਮਾਰ ਲੂਟ ਕਰ ਕਤਲ ਆਪਾਰੀ, ਗਾਮ ਸੈਂਕੜੇ ਗਇਓ ਉਜਾਰੀ। ਉਸਨੇ ਲੁੱਟ ਮਾਰ ਕੀਤੇ, ਕਤਲੇਆਮ ਕੀਤਾ। ਤੇ ਕਵੀ ਜੀ ਬਿਆਨ ਕਰਦੇ ਨੇ ਕਿ ਸੈਂਕੜੇ ਪਿੰਡਾਂ ਨੂੰ ਉਹ ਉਜਾੜ ਕੇ ਗਿਆ। ਸੋ ਪੀ ਕਾਲ ਚਾਲ ਕੇ ਮਾਰੇ, ਗਏ ਉਜੜਿਤ ਉਤ ਕਿਤ ਸਾਰੇ। ਸਮੇਂ ਦੀ ਚਾਲ ਦੇ ਮਾਰੇ ਹੋਏ ਇਹ ਤਿੰਨੇ ਜਿਹੜੇ ਪਿੰਡ ਸਨ, ਇਹ ਵੀ ਕਵੀ ਜੀ ਬਿਆਨ ਕਰਦੇ ਨੇ ਕਿ ਉਜੜ ਗਏ। ਇੱਧਰ ਉੱਧਰ ਹੋ ਕੇ ਉਹਨਾਂ ਦੇ ਵਿੱਚ ਰਹਿਣ ਵਾਲੇ ਵਾਸੀਆਂ ਨੇ ਆਪਣਾ ਬਚਾਅ ਕੀਤਾ। ਫਿਰਤ ਰਹੇ ਚਕਰੈਲ ਵਿਚਾਰੇ, ਮਾਰ ਤਾੜ ਕਰ ਦਿਵਸ ਗੁਜ਼ਾਰੇ। ਚਕਰੈਲ ਹੋ ਕੇ, ਪੱਖੀਵਾਸ ਹੋ ਕੇ ਬੜਾ ਲੰਮਾ ਸਮਾਂ ਉਹ ਵਿਚਾਰੇ ਫਿਰਦੇ ਰਹੇ। ਇਸ ਤੋਂ ਇਲਾਵਾ ਤਾੜੇ ਮਾਰ ਮਾਰ ਕੇ ਆਪਣੇ ਦਿਨਾਂ ਨੂੰ ਗੁਜ਼ਾਰਦੇ ਰਹੇ। ਆਲਾ ਸਿੰਘ ਨਿਰਪਸੋਂ ਚੰਗੇ, ਕਿਨਹੋਂ ਪੰਥ ਖਾਲਸੇ ਸੰਗੇ। ਕਵੀ ਜੀ ਬਿਆਨ ਕਰਦੇ ਨੇ ਕਿ ਚੰਗੇ ਸਬੰਧ ਕਈਆਂ ਨੇ ਆਲਾ ਸਿੰਘ ਦੇ ਨਾਲ ਬਣਾਏ ਤੇ ਕਈਆਂ ਨੇ ਫਿਰ ਕਵੀ ਜੀ ਬਿਆਨ ਕਰਦੇ ਨੇ ਕਿ ਖਾਲਸੇ ਪੰਥ ਦੇ ਵਿੱਚ ਆਪਣਾ ਮਿਲਾਪ ਕੀਤਾ। ਆਵ ਲੋ ਉਨਕੇ ਪਿੰਡਣ ਕੇਰੇ, ਥੇਹ ਪੜੇ ਹੈ ਬਿਦਤ ਉਚੇਰੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਹੁਣ ਤੱਕ ਉਹਨਾਂ ਦੇ ਪਿੰਡਾਂ ਦੇ ਜਿਹੜੇ ਥੇ ਨੇ ਉਹ ਬਣੇ ਹੋਏ ਨੇ, ਜਿਹੜੇ ਕਿ ਉੱਚੇ ਉੱਚੇ ਦੂਰੋਂ ਹੀ ਦਿਖਾਈ ਦਿੰਦੇ ਨੇ। ਫਿਰ ਜਾਵੇ ਆਲਾ ਸਿੰਘ ਬਸਾਇਓ, ਲੌਂਗੋਵਾਲ ਸੋ ਬਸੇ ਤਹਾਇਓ। ਇਸ ਤੋਂ ਬਾਅਦ ਫਿਰ ਜਦੋਂ ਆਲਾ ਸਿੰਘ ਨੇ ਲੌਂਗੋਵਾਲ ਵਸਾਇਆ ਤੇ ਫਿਰ ਕਵੀ ਜੀ ਬਿਆਨ ਕਰਦੇ ਨੇ ਉਹ ਲੌਂਗੋਵਾਲ ਦੇ ਵਿੱਚ ਰਹਿਣ ਲੱਗੇ। ਲੌਂਗਾ ਸਿੰਘ ਨਾਮ ਥਾ ਯੋਧਾ, ਤਬੈ ਦੁਲਟੋਂ ਮਾਹੇ ਸਬੋਦਾ। ਲੌਂਗਾ ਸਿੰਘ ਨਾਮ ਦਾ ਇੱਕ ਵੱਡਾ ਯੋਧਾ ਸੀ, ਜਿਹੜਾ ਕਿ ਦੁਲਟਾਂ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਸਮਝ ਵਾਲਾ ਸੀ। ਹੋਤੋ ਧਾੜਵੀ ਵੀਰ ਬਹਾਦਰ, ਲੰਗਰ ਲਾਏ ਰੱਖਿਓ ਤੇ ਸਾਦਰ। ਬੜਾ ਬਹਾਦਰ ਤੇ ਧਾੜਵੀ ਵੀ ਸੀ। ਕਵੀ ਜੀ ਬਿਆਨ ਕਰਦੇ ਨੇ ਕਿ ਸਦਾ ਲੰਗਰ ਲਾ ਕੇ ਰੱਖਦਾ ਸੀ। ਤਾਂ ਤੇ ਨਾਮ ਤਾਹਿ ਕੋ ਪਰ ਹੈ, ਪ੍ਰਗਟ ਭਇਓ ਪਿੰਡ ਸੋ ਤਰ ਹੈ। ਇਸੇ ਕਰਕੇ ਲੌਂਗਾ ਸਿੰਘ ਦੇ ਨਾਮ ਦੇ ਉੱਤੇ ਹੀ ਲੌਂਗੋਵਾਲ ਪਿੰਡ ਦਾ ਨਾਮ ਰੱਖਿਆ ਗਿਆ, ਜਿਹੜਾ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੈ। ਥੀ ਬਿਰਾਦਰੀ ਤਾਹੇ ਅਪਾਰੀ, ਬਸਿਓ ਗਾਮ ਸੋਇਆਂ ਤੇ ਭਾਰੀ। ਵੱਡਾ ਭਾਈਚਾਰਾ ਸੀ, ਬਿਰਾਦਰੀ ਸੀ, ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਵੱਡਾ ਭਾਰੀ ਇਹ ਪਿੰਡ ਵਸਿਆ। ਆਵਲੋ ਪੀ ਦੁਲਟ ਤਿਸ ਠੌਰੇ, ਜ਼ਿਮੀਦਾਰ ਹੈ ਸਭ ਸੇ ਗੌਰੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਹੁਣ ਵੀ ਦੁਲਟ ਬਹੁਤ ਸਾਰੇ ਉਸ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਕਵੀ ਜੀ ਬਿਆਨ ਕਰਦੇ ਨੇ ਕਿ ਵੱਡੇ ਜ਼ਿਮੀਦਾਰ ਨੇ। ਉਨੈ ਦੁਲਟੋਂ ਕੇਰ ਬਡੇਰੇ, ਕੈਬੋਵਾਲ ਬਸਤ ਥੇ ਜੇਰੇ। ਉਹਨਾਂ ਹੀ ਦੁਲਟਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਵਡੇਰੇ ਸਨ, ਜਿਹੜੇ ਕਵੀ ਜੀ ਬਿਆਨ ਕਰਦੇ ਨੇ ਕਿ ਕੈਬੋਵਾਲ ਪਿੰਡ ਦੇ ਵਿੱਚ ਪਹਿਲਾਂ ਜਿਹੜੇ ਵਸਦੇ ਸਨ। ਤਿੰਨ ਮੇਸੇ ਚੂਹੜਿਆਰ ਪੱਲਣ, ਭਏ ਬਹਾਦਰ ਆਰੀ ਘਰ ਕੱਲਣ। ਉਹਨਾਂ ਦੇ ਵਿੱਚੋਂ ਚੂਹੜ ਤੇ ਪੱਲਣ ਦੋ ਬਹਾਦਰ ਹੋਏ ਨੇ, ਜਿਹੜੇ ਕਿ ਵੈਰੀਆਂ ਨੂੰ
ਉਹਨਾਂ ਦੇ ਘਰਾਂ ਦੇ ਵਿੱਚ ਪਰਤਾ ਕੇ ਲਿਜਾ ਜਾਂਦੇ ਸਨ, ਭਾਵ ਕਿ ਇਹਨਾਂ ਪਛਾੜ ਦਿੰਦੇ ਸਨ। ਖਸ਼ਟਮ ਗੁਰੂ ਜਬ ਆਏ ਮਾਲਵੇ, ਭਏ ਸਿੱਖੇ ਤਬ ਉਤਾਲਵੇ। ਤੇ ਜਦੋਂ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਵਿੱਚ ਆਏ ਸਨ, ਉਸ ਵੇਲੇ ਬੜੀ ਛੇਤੀ ਇਹ ਸਤਿਗੁਰੂ ਜੀ ਦੇ ਸਿੰਘ ਸਿੱਖ ਸਜ ਗਏ ਸਨ। ਜੰਗਣ ਮੈਂ ਗੁਰ ਸੰਗ ਰਹਾਏ, ਸਤਰ ਅਣਗਣ ਮਾਰ ਖਪਾਏ। ਸਾਰਿਆਂ ਜੰਗਾਂ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਚੂਹੜ ਤੇ ਭੱਲਣ ਦੋਵੇਂ ਰਹਿ, ਵੈਰੀ ਅਣਗਿਣਤਾਂ ਨੂੰ ਇਹਨਾਂ ਨੇ ਖਪਾ ਕੇ ਮਾਰਿਆ। ਭੱਲਣ ਕਾ ਪੌਤਰ ਫਿਰ ਕਾਲਾ, ਭਇਓ ਵੀਰ ਬਰ ਬਲੀ ਬਿਸਾਲਾ। ਤੇ ਜਿਹੜਾ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਭੱਲਣ ਸੀ, ਉਹਦਾ ਅੱਗੋਂ ਪੋਤਰਾ ਹੋਇਆ ਜਿਹਦਾ ਨਾਮ ਸੀ ਕਾਲਾ, ਜਿਹੜਾ ਬਹੁਤ ਬੜੀ ਬਹਾਦਰ ਸੂਰਮਾ ਸੀ। ਦਸਮ ਗੁਰੂ ਕਾ ਸੋ ਸਿੱਖ ਥੀਆ, ਸਭ ਜੰਗਣ ਮੈਂ ਸੰਗ ਰਹੀਆ। ਉਹ ਜਿਹੜਾ ਕਾਲਾ ਸੀ ਫਿਰ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਦਾ ਸਿੰਘ ਸਜਿਆ, ਜਿਨ੍ਹਾਂ ਸਾਰੇ ਜੰਗਾਂ ਯੁੱਧਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ। ਕਾਲੂ ਸਿੰਘ ਨਾਮ ਗੁਰ ਰਾਖਾ, ਸਤਰ ਦੁਤੀ ਭੀਮ ਥਾ ਲਖਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕਾਲੇ ਦਾ ਨਾਮ ਫਿਰ ਅੰਮ੍ਰਿਤ ਛਕਾ ਕੇ ਕਾਲਾ ਸਿੰਘ ਰੱਖਿਆ। 17 ਦੁਤੀ ਭੀਮ ਥਾ ਲਾਖਾ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਵੈਰੀਆਂ ਦੇ ਵਾਸਤੇ ਦੂਜਾ ਭੀਮ ਸੈਨ ਸੀ। ਜਿਵੇਂ ਕਿ ਮਹਾਭਾਰਤ ਦੇ ਯੁੱਧ ਦੇ ਵਿੱਚ ਬੜਾ ਪਰਾਕਰਮੀ ਭੀਮ ਸੈਨ ਨੂੰ ਮੰਨਿਆ ਜਾਂਦਾ ਹੈ। ਕਵੀ ਜੀ ਬਿਆਨ ਕਰਦੇ ਨੇ, ਇਹ ਜਿਹੜਾ ਕਾਲਾ ਸਿੰਘ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਸਜਿਆ, ਸਤਿਗੁਰੂ ਜੀ ਨੇ ਕਾਲੂ ਸਿੰਘ ਨਾਮ ਰੱਖਿਆ। ਇਹ ਪਰਾਕਰਮੀ ਭੀਮ ਸੈਨ ਦੇ ਵਰਗਾ ਸੀ। ਹੁਣ ਗ੍ਰੰਥਾਕਾਰ ਜੀ ਭਾਈ ਮਣੀ ਸਿੰਘ ਦੀ ਪੁਰਾਣੀ ਜਿਹੜੀ ਵਾਰਤਾ ਹੈ, ਉਹਨਾਂ ਦੇ ਜਨਮ ਤੋਂ ਪਹਿਲਾਂ ਉਹਨਾਂ ਦੇ ਵੱਡੇ ਵਡੇਰਿਆਂ ਦੀ ਉਹਦੇ ਤੋਂ ਕਥਾ ਦੀ ਸ਼ੁਰੂਆਤ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ। हे अच्युत हे पार ब्रह्म अविनाशी अविनाश, हे पूरन हे सर्ब मैं दुख भंजन गुणतास, हे संगी हे निरंकार, हे निर्गुण सब टेक, हे गोबिंद हे गुण निधान, जाके सदा विवेक, हे अपरंपर हर हरे है पी होवनहार, हे संताह कै सदा संग निधारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, जाहि कुल ते प्रगट होय ताहि कुल को नाम, पुन द्वादश गुरिंड कौ मेरी है पर